ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम दोस्तों की हाल चाल जी ठीक ठाक हो भाई बग्गे कोल ਅਸੀਂ ਪਹੁੰਚੇ ਆ ਤੇ ਅੱਜ ਮੇਰਾ ਦਿਲ ਕਰ ਰਿਹਾ ਕਿ ਭਾਈ ਬੱਗੇ ਕੋਲ ਪੁੱਛੀਏ ਕਿ ਇਹ ਇੱਕ ਹਫਤੇ ਦੇ ਵਿੱਚ ਕਿੰਨੇ ਪੈਸੇ ਕਮਾ ਰਿਹਾ ਇਸ ਕਾਰੋਬਾਰ ਦੇ ਵਿੱਚੋਂ 골ਡਨ ਮਿਸਟਰੀ ਦੇਸੀ ਚੂਜ਼ਿਆਂ ਦੇ ਵਿੱਚੋਂ ਇਹ ਇੱਕ ਹਫਤੇ ਦੇ ਵਿੱਚ ਕਿੰਨੇ ਪੈਸੇ ਕਮਾ ਰਿਹਾ ਤੇ ਅਗਰ ਕੋਈ ਹੋਰ ਦੋਸਤ ਕਾਰੋਬਾਰ ਕਰਨਾ ਚਾਹਵੇ ਤੇ ਉਹ ਕਿੰਨੇ ਪੈਸੇ ਕਮਾ ਸਕਦਾ ਆ ਇਹ ਅੱਜ ਸਾਰੇ ਦੀ ਸਾਰੀ ਅੱਜ ਭਾਈ ਬੱਗੇ ਕੋਲ ਪੁੱਛ ਲੈਣੀ ਆ ਹੈ ਤੇ ਅਰਾਜ਼ ਦੀ ਗੱਲ ਹੈ ਲੇਕਿਨ ਹੋ ਸਕਦਾ ਹੁਣ ਦੱਸੇ ਜਾਂ ਨਾ ਦੱਸੇ ਤੇ ਸਵਾਲ ਕਰਨੇ ਉਹਨਾਂ ਦੇ ਅੱਗੇ ਤੇ ਫਿਰ ਹੀ ਪਤਾ ਚੱਲਣਾ ਜੇ ਤੇ ਹੈ ਤੇ ਰਾਜ਼ ਦੀ ਗੱਲ ਹੈ ਕੋਈ ਵੀ ਆਪਣਾ ਰਾਜ਼ ਜਿਹੜਾ ਉਹ ਦੂਸਰੇ ਬੰਦੇ ਨੂੰ ਨਹੀਂ ਦੱਸਦਾ ਹੈਗਾ ਖਾਸ ਕਰ ਕਾਰੋਬਾਰ ਦੇ ਮੁਤਲਕ ਲੇਕਿਨ ਭਾਈ ਸਾਹਿਬ ਨਾਲ ਸਾਡੀ ਮੁਹੱਬਤ ਹੈ ਤੇ ਪੁੱਛ ਲੈਣੇ ਉਹਨਾਂ ਨੂੰ ਇਹ ਸਵਾਲ ਕਿ ਆਇਆ ਕਿ ਤੁਸੀਂ ਇੱਕ ਹਫਤੇ ਦੇ ਵਿੱਚ 7 ਦਿਨ ਦੇ ਵਿੱਚ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ ਠੀਕ ਹੈ ਜੀ ਹਾਂਜੀ ਭਾਈ ਬੱਗਾ ਜੀ ਦੱਸੋ ਹਾਂ ਕਿ ਪੂਰੀ ਇਮਾਨਦਾਰੀ ਨਾਲ ਦੱਸਣਾ ਤੁਸੀਂ ਕਿ ਇੱਕ ਹਫਤੇ ਦੇ ਵਿੱਚ ਯਾਨੀ ਕਿ 7 ਦਿਨ ਦੇ ਵਿੱਚ ਤੁਸੀਂ ਕਿੰਨੇ ਪੈਸੇ ਕਮਾ ਰਹੇ ਹੋ ਇਸ ਕਾਰੋਬਾਰ ਦੇ ਵਿੱਚੋਂ ਦੱਸਦਾ ਕਾਰੋਬਾਰ ਦੇ ਵਿੱਚ ਨਾ ਸਾਡਾ ਇਸ ਤਰ੍ਹਾਂ ਹੁੰਦਾ ਕਿ ਸਾਡਾ ਹੁੰਦਾ ਹਵਾਈ ਕਾਰੋਬਾਰ ਅੱਛਾ ਇੱਕ ਹਫ਼ਤੇ 'ਚ 60-70 ਹਜ਼ਾਰ ਹੀ ਕਮਾਇਆ ਜਾਂਦਾ ਵਾ ਅੱਛਾ ਤੇ ਘੱਟ ਤੋਂ ਘੱਟ 50,000 ਰੁਪਏ ਵੀ ਕਮਾਇਆ ਜਾਂਦਾ ਅੱਛਾ ਬਿਲਕੁਲ ਆਸਾਨੀ ਨਾਲ ਇਸ ਵਾਸਤੇ ਸਾਡੇ ਕੋਲ ਦੁਕਾਨਾਂ ਪੱਕੇ ਸਮੇਂ ਸੇਲਮੈਨ ਲੱਗੇ ਆ ਨਾ ਠੀਕ ਹੈ ਤੇ ਅਸੀਂ ਫਿਰ ਦੁਕਾਨਾਂ ਸਪਲਾਈ ਕਰਨੀ ਹੁੰਦੀ ਆ ਠੀਕ ਹੈ ਅਗਰ ਇੱਕ ਦਿਨ ਅਸੀਂ ਮਾਰਕੀਟ 'ਚ ਨਾ ਜਾਈਏ ਤਾਂ ਸਾਡਾ ਡਬਲ ਆਰਡਰ ਹੋ ਜਾਂਦਾ ਵਾ ਠੀਕ ਹੈ ਫਿਰ ਅਸੀਂ 10-10 ਹਜ਼ਾਰ ਦੀ ਦਿਹਾੜੀ ਲਾ ਲੈਂਦੇ ਤਾਂ 5-7 ਹਜ਼ਾਰ ਦੀ ਦਿਹਾੜੀ ਨਾ ਅਲਹਮਦੁਲਿਲਾ ਆਸਾਨੀ ਨਾਲ ਲੱਗ ਜਾਂਦੀ ਹੈ ਠੀਕ ਹੈ ਬਿਲਕੁਲ 10-10 ਹਜ਼ਾਰ ਦੀ ਤੇ ਸਕੂਨ ਨਾਲ ਲੱਗਦੀ ਵੀ 8-9 ਹਜ਼ਾਰ 10 ਲੇਕਿਨ ਅਸੀਂ ਬਹੁਤੀ ਔਸਤ ਨਹੀਂ ਲਾ ਕੇ ਨਾ ਤੇ 50 ਤੋਂ 55 ਹਜ਼ਾਰ ਰੁਪਇਆ ਜਾਣਾ ਸਮਝੇ ਹਫ਼ਤੇ ਦਾ ਆਸਾਨੀ ਨਾਲ ਕਮਾ ਲੈਂਦੇ ਯਾਨੀ ਕਿਸੇ ਦਿਨ ਵਿੱਚ ਛੁੱਟੀ ਵੀ ਹੋ ਸਕਦੀ ਕਿਸੇ ਦਿਨ ਮੰਦਾ ਵੀ ਹੋ ਸਕਦਾ ਮੰਦਾ ਵੀ ਹੋ ਸਕਦਾ ਲੇਕਿਨ ਸਾਡਾ ਖੈਰ ਕਾਰੋਬਾਰ ਲਗਾਤਾਰ ਮੁਸਲਸਲ ਚੱਲਦਾ ਹੀ ਰਹਿੰਦਾ ਵਾ ਅੱਗੇ ਅਸੀਂ ਛੁੱਟੀਆਂ ਬਹੁਤ ਕਰਦੇ ਸੀ ਅੱਛਾ ਤੇ ਹੁਣ ਅਸੀਂ ਰੂਟੀਨ ਨੇ ਚੱਲਨੇ ਆ ਠੀਕ ਹੈ ਤੇ ਕੋਈ ਛੁੱਟੀ ਨਹੀਂ ਅਲਹਮਦੁਲਿਲਾ ਅੱਜ ਰਾਤ ਹੀ ਮਿਸਾਲ ਗੱਡੀ ਮੇਰੀ ਆਣੀ ਸੀ ਨਾ ਤੇ ਮਾਲ ਉਹ ਪਿੰਡੀ ਭੱਟੀਆਂ ਦੇ ਯਾਰ ਮਾਲ ਬਿਮਾਰ ਸੀ ਅੱਛਾ ਉਹਦੀ ਵਜ੍ਹਾ ਤੋਂ ਫਿਰ ਗੱਡੀ ਅਸੀਂ ਨਹੀਂ ਲਵਾਈ ਠੀਕ ਹੈ ਮਾਲ ਮੈਂ ਕਿਹਾ ਕੋਈ ਨਹੀਂ ਯਾਰ 2 ਦਿਨ ਲੇਟ ਵੀ ਹੋ ਜਾਏਗਾ ਤੇ ਫਿਰ ਕੀ ਹੋਏਗਾ ਹਾਂ ਮਾਲ ਚੰਗਾ ਆਣਾ ਚਾਹੀਦਾ ਤੰਦਰੁਸਤ ਆਣਾ ਚਾਹੀਦਾ ਉਹ ਗੱਡੀਆਂ ਵਾਲੇ ਜਿਹਨਾਂ ਦੇ ਫੈਸਲਾਬਾਦ ਹੀ ਰਾਤ ਸੁੱਤੇ ਸੀ ਅੱਛਾ ਫਿਰ ਜੜਾਂ ਵਾਲੇ ਰਾਤੀ ਗਏ ਨੇ ਉੱਥੇ ਹੀ ਮਾਲ ਵੀ ਛੋਟਾ ਸੀ ਪਸੰਦ ਨਹੀਂ ਆਇਆ ਠੀਕ ਹੈ ਤੇ ਉਹਨਾਂ ਨੂੰ ਮੈਂ ਇਹ ਗੱਲ ਦੱਸੀ ਕੋਈ ਐਸੀ ਗੱਲ ਨਹੀਂ ਯਾਰ ਮੈਂ ਫਿਰ ਲਾਗੇ ਇੱਕ ਨਜ਼ਦੀਕ ਫਾਰਮ ਸੀ 2 ਕਿਲੋਮੀਟਰ ਉੱਥੋਂ ਲਿਆ ਗੁਜ਼ਾਰਾ ਕਰ ਲਵਾਂਗਾ ਠੀਕ ਹੈ ਤੇ ਮੈਂ ਕਿਹਾ 2 ਦਿਨ ਮੈਂ ਕਰ ਲਵਾਂਗਾ ਲੇਕਿਨ ਅਲਹਮਦੁਲਿਲਾ ਇਹੋ ਹੀ ਔਸਤ ਜਿਹੜੀ ਹੈ ਨਾ ਲੱਗਦੀ ਪਈ ਆ ਇਸ ਟਾਈਮ ਅੱਛਾ ਕਿਉਂਕਿ ਵਕਤ ਦੇ ਨਾਲ ਜਿਹੜਾ ਨਾ ਰੁਪਈਆ 60-70 ਹਜ਼ਾਰ ਰੁਪਇਆ ਹਫ਼ਤੇ ਦਾ 10 ਦਿਨਾਂ ਦਾ ਸਕੂਨ ਬਚ ਜਾਂਦਾ ਪਿਆ ਠੀਕ ਹੈ ਲੇਕਿਨ ਕੀ ਹੈ ਥੋੜੀ ਮਿਹਨਤ ਕੀਤੀ ਮਿਹਨਤ ਕਰਕੇ ਦੁਕਾਨਾਂ ਅੱਡੇ ਬਣਾਏ ਸੀ ਲੇਕਿਨ ਥੋੜਾ ਟਾਈਮ ਭਰਨਾ ਪਿਆ ਸੀ ਅੱਛਾ ਲੇਕਿਨ ਨਵਾਂ ਬੰਦਾ ਕਹਿੰਦਾ ਮੈਂ ਅੱਜ ਹੀ ਜਾ ਕੇ ਇੰਨੇ ਪੈਸੇ ਕਮਾ ਲਾਂ ਉਹ ਨਹੀਂ ਲੇਕਿਨ ਥੋੜਾ ਟਾਈਮ ਸਾਲ 2 ਸਾਲ ਲੱਗ ਜਾਂਦੇ ਨੇ ਆਪਣੇ ਕਾਰੋਬਾਰ ਗਾਹਕ ਬਣਾਉਂਦੇ ਨੇ ਆਪਣੀ ਰਾਸ ਬਣਾਉਂਦੇ ਨੂੰ ਠੀਕ ਹੈ ਤੇ ਫੇਰ ਹੀ ਇੰਨੇ ਪੈਸੇ ਬੰਦਾ ਕਮਾ ਸਕਦਾ ਠੀਕ ਹੈ ਔਰ ਅਸੀਂ ਬਹੁਤੇ ਪੈਸੇ ਨਾਲ ਕਾਰੋਬਾਰ ਨਹੀਂ ਕਰਦੇ ਪਏ ਅਸੀਂ ਸਿਰਫ 2 ਲੱਖ ਰੁਪਏ ਨਾਲ ਕਾਰੋਬਾਰ ਕਰਨੇ ਪਏ 2-2.5 ਲੱਖ ਰੁਪਏ ਜ਼ਿਆਦਾ ਤੋਂ ਜ਼ਿਆਦਾ ਅੱਛਾ ਲੇਕਿਨ 3 ਲੱਖ ਤੱਕ ਨਹੀਂ ਜਾਂਦੇ 2 ਲੱਖ ਪੌਣੇ 2 ਲੱਖ ਇਹਦੇ ਨਾਲ ਹਫ਼ਤੇ ਦਾ ਇੰਨਾ ਕਮਾਉਂਦੇ ਪਏ ਅੱਛਾ ਇੰਨੀ ਰਾਸ ਲਾਈ ਹੈ ਤੁਸੀਂ ਬਸ ਸਿਰਫ ਇੰਨੀ ਰਾਸ ਲੇਕਿਨ ਅੱਗੇ ਦੋਸਤੋ ਰਾਸ ਕੋਲੋਂ ਲਾਈ ਦੀ ਸੀ ਇੱਕ ਹੁਣ ਰਾਸ ਤੁਹਾਡੇ ਸਾਹਮਣੇ ਰੇਟ ਢਾਲੀ ਦੀ ਆ ਤੇ ਪੈਸੇ ਤੇ ਕੋਲ ਹੁੰਦੇ ਹੀ ਰਹਿੰਦੇ ਨੇ ਸਾਡੇ ਕੋਲ ਲੇਕਿਨ ਅਸੀਂ ਨਾ ਬਗੈਰ ਪੈਸੇ ਤੋਂ ਕਾਰੋਬਾਰ ਕਰਨ ਦੇ ਇਸ ਟਾਈਮ ਕਿਸੇ ਦੇ ਪੈਸਿਆਂ ਤੇ ਸਰ ਕਿਸੇ ਦੇ ਪੈਸੇ ਉਹਦੀ ਵਜ੍ਹਾ ਪਤਾ ਕੀ ਹੁੰਦੀ ਆ ਕਿ ਫੋਨ ਕਰੀਦਾ ਵਾ ਉਹ ਸਾਨੂੰ ਗੱਡੀ ਮਾਲ ਇੱਥੇ ਘਰ ਆ ਕੇ ਛੱਡ ਜਾਂਦੇ ਆ ਪਹਿਲੇ ਅਸੀਂ ਆਪ ਲਾ ਕੇ 5-6 ਲੱਖ ਰੁਪਏ ਲੈ ਕੇ ਜਾਂਦੇ ਨੇ ਆਪਣੀ ਨਗਦ ਰਾਸ ਠੀਕ ਹੈ ਲੇਕਿਨ ਜਦੋਂ ਦਾ ਸਾਡਾ ਫਿਰ ਬਾਹਰ ਹੈ ਚ ਲੋਕਾਂ ਨਾਲ ਤਲਕ ਹੋ ਗਿਆ ਨਾ ਫਾਰਮ ਵਾਲਿਆਂ ਨਾਲ ਦਿਹਾੜੀ ਕਮਾ ਲਈਏ ਹਰ ਇਲਾਕੇ ਚ ਜਿੱਦਾਂ ਸਰਗੋਦਾ ਚਨੋੜ ਉਹ ਸਾਨੂੰ ਨਾ ਐਸਾ ਇੱਕ ਬੰਦਾ ਨਾ ਮੰਡੀ ਬਹੁਦੀਨ ਦਾ ਫਾਹਦ ਮਿਲਿਆ ਅੱਛਾ ਲਟਕਾ ਲੇਕਿਨ ਉਹ ਕਾਰੋਬਾਰੀ ਬੰਦਾ ਵਾ ਜਿਸ ਤਰ੍ਹਾਂ ਕਿ ਮੈਂ ਸੇਲਮੈਨ ਇਸ ਤਰ੍ਹਾਂ ਹੋਰ ਵੀ ਇਲਾਕੇ 'ਚ ਬੜੇ ਸੇਲਮੈਨ ਨੇ ਠੀਕ ਹੈ ਉਹ ਪੂਰੇ ਪੰਜਾਬ ਦੇ ਵਿੱਚ ਸਪਲਾਈ ਦੇ ਰਿਹਾ ਇਸ ਟਾਈਮ ਮੁਰਗੇ ਦੀ ਅੱਛਾ ਤੇ ਜਿਹਦੀ ਵਜ੍ਹਾ ਤੋਂ ਮੈਂ ਕੋਲ ਬਹੁਤ 200-250-300 ਮੁਰਗਾ ਮੰਗਵਾਉਣਾ ਪਿਆ ਟੋਟਲੀ ਅੱਛਾ ਤੇ ਉਹਦੇ ਵਿੱਚ ਜਿਹੜਾ ਮੈਂ 5 ਜਾਂ 6 ਦਿਨ ਕਨਫਰਮ ਮੁੱਕ ਜੇ ਜਾਂ ਮੈਨੂੰ ਰੁਪਈਆ 50-60 ਜਾਂ 70 ਹਜ਼ਾਰ ਬਚ ਜਾਵੇ ਠੀਕ ਹੈ ਉਹਦੇ ਮੁਤਾਬਕ ਮਸਾਂ ਕੰਮ ਕਰਨਾ ਪਿਆ ਤੇ ਉਹ ਰਾਸ ਉਹਦੀ ਲਾਈ ਹੁੰਦੀ ਆ ਠੀਕ ਹੈ ਪੈਸੇ ਉਹਨੇ ਲਾਣੇ ਨੇ ਠੀਕ ਹੈ ਅਸੀਂ ਘੁਮਾ ਕੇ ਦੇਣਾ ਤੇ ਮਰਨ ਜੀ ਨਹੀਂ ਉਹਦਾ ਹੁੰਦਾ ਸਾਡਾ ਉਹ ਵੀ ਨਹੀਂ ਹੁੰਦਾ ਅੱਛਾ ਇਸ ਵਾਸਤੇ ਸਾਨੂੰ ਉਹਨੇ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਨੇ ਠੀਕ ਹੈ ਤੇ 150 ਰੁਪਏ ਕਮਾਈ ਨਾ ਸਮਝ ਅਸੀਂ 300 ਕਿਲੋ ਮਾਲ 40-45 ਹਜ਼ਾਰ ਬਣਦਾ ਕਿਸੇ ਵੱਧ ਵੀ ਲਵਾ ਲੈਣੇ 350 ਕਿਲੋ 400 ਵੀ ਲਵਾ ਲੈਣੇ ਠੀਕ ਹੈ ਲੇਕਿਨ ਫਿਰ 15 ਦਿਨਾਂ ਵਿੱਚ 3 ਦਫਾ ਸਾਡੇ ਗੱਡੀ ਆ ਜਾਂਦੀ ਆ ਠੀਕ ਹੈ ਤੇ ਸਾਡੇ ਹਫਤੇ ਦੀ ਉਹ 60-70 ਹਜ਼ਾਰ ਰੁਪਇਆ ਉਸ ਤੋਂ ਲੱਗ ਜਾਂਦੀ ਆ ਮਾਸ਼ਾਅੱਲਾ ਜੀ ਉਸ ਤਰ੍ਹਾਂ 40-35-40 ਹਜ਼ਾਰ ਰੁਪਏ ਕਮਾਉਂਦੇ ਆ ਨਾ ਲੇਕਿਨ 40-45 ਹਜ਼ਾਰ ਰੁਪਇਆ ਲੇਕਿਨ ਜਦੋਂ 2 ਹਫ਼ਤਿਆਂ ਵਿੱਚ 3 ਗੱਡੀਆਂ ਆ ਜਾਂਦੀਆਂ ਨਾ 60-70 ਹਜ਼ਾਰ ਰੁਪਇਆ ਉਸ ਤੋਂ ਲੱਗ ਜਾਂਦੀ ਹੈ ਬਿਲਕੁਲ ਅਗਰ 60-70 ਹਜ਼ਾਰ ਰੁਪਇਆ ਅਸੀਂ ਨਾ ਸਮਝ ਇੰਨਾ ਕਮਾਈਏ ਤੇ ਫਿਰ ਹੁਣ ਨਫਾ ਤੇ ਲੱਖ ਰੁਪਏ ਜ਼ਾਹਦ ਭਾਈ ਉਹ ਤੋਂ ਖਾਦਾ ਜਾਂਦਾ ਤੇ ਨੁਕਸਾਨ 10,000 ਉਹ ਤੋਂ ਬਰਦਾਸ਼ਤ ਨਹੀਂ ਹੁੰਦਾ ਠੀਕ ਹੈ ਉਹ ਜਿਉਂ ਸਾਨੂੰ ਕਾਰੋਬਾਰ 'ਚ ਨਫਾ ਹੁੰਦਾ ਪਿਆ ਨਾ ਜ਼ਾਹਰ ਉਹ ਬੰਦੇ ਦੇ ਖਰਚੇ ਆਰਾਜ਼ਾਤ ਵਧ ਜਾਂਦੇ ਤੇ ਬੰਦਾ ਖੁਦ ਵਧਾ ਲੈਂਦਾ ਵਾ ਤੇ ਇਹ ਘਾਟ ਜੇ ਸਮਝ ਆਉਂਦੇ ਨੇ ਤੇ ਫਿਰ ਬੰਦਾ ਕਢਾ ਲੈਂਦਾ ਵਾ ਇਸ ਵਾਸਤੇ ਕਿ ਇੰਨੇ ਕਹੀਂ ਪੈਸੇ ਨਾ ਸਕੂਨ ਨਾਲ ਈਜ਼ੀ ਨਾਲ ਕਮਾ ਲੈਣਾ ਕਿਉਂਕਿ 20-30 ਹਜ਼ਾਰ ਰੁਪਏ ਦੀ ਕਮੇਟੀ ਦੇਣੀ ਹੁੰਦੀ 20-40 ਹਜ਼ਾਰ ਰੁਪਏ ਘਰ ਖਰਚਾ ਦੇਣਾ ਹੁੰਦਾ ਲੇਕਿਨ ਸਾਨੂੰ ਮਹਿਸੂਸ ਨਹੀਂ ਹੁੰਦਾ ਦੂਸਰੀ ਗੱਲ ਦੱਸੋ ਕਿ ਇਹ ਹੁਣ
ਕਿਸ ਤਰੀਕੇ ਨਾਲ ਤੁਸੀਂ ਮਤਲਬ ਆਪਣਾ ਵਿਹਾਰ ਬਣਾਇਆ ਆ, ਕਿਸ ਤਰੀਕੇ ਨਾਲ ਤੁਸੀਂ ਮਤਲਬ ਕਿ ਕਾਇਮ ਹੋ, ਲੋਕਾਂ ਨੇ ਦੂਸਰੇ ਦੂਰ ਦੇ ਫਾਰਮ ਵਾਲੇ ਤੁਹਾਡੇ ਤੇ ਇਤਬਾਰ ਕਰਦੇ ਨੇ, ਕਿਸ ਵਜ੍ਹਾ ਤੋਂ? ਅਗਰ ਕਿਸੇ ਹੋਰ ਨੂੰ ਵੀ ਕਰਨਾ ਹੋਏ ਤੇ ਕੀ ਕਰੇ? ਪਤਾ ਗੱਲ ਕੀ ਹੁੰਦੀ ਹੈ, ਗੱਲ ਇਸ ਤਰ੍ਹਾਂ ਕਿ ਜਦੋਂ ਅਸੀਂ ਕਾਰੋਬਾਰ ਲਗਾਤਾਰ ਛੱਡਾਂਗੇ ਨਾ, ਨਸਾਂਗੇ ਨਾ ਮਾਰਕੀਟ ਚੋਂ, ਤੇ ਐਟਕ ਹੀ ਕਾਰੋਬਾਰੀ ਇਤਬਾਰ ਮਾਰਕੀਟ ਚ ਬੰਦੇ ਦਾ ਨਾਂ ਆ ਜਾਂਦਾ ਵਾ। ਠੀਕ ਹੈ। ਤੇ ਜਦੋਂ ਅਸੀਂ ਕਾਰੋਬਾਰ ਛੱਡ ਜਾਵਾਂਗੇ, 1 ਹਫ਼ਤਾ ਕਰਾਂਗੇ, 2 ਹਫ਼ਤੇ ਕਰਾਂਗੇ ਨਾ, ਕਿਸੇ ਦੀ ਰਕਮ ਦਵਾਵਾਂਗੇ, ਤਾਂ ਫਿਰ ਕਿਸੇ ਦੀ ਕਿਤੇ ਸਮਝੋਗੇ ਆਪਣੀ ਦਬੋ ਜਾਂਦੀ ਹੈ। ਠੀਕ ਹੈ। ਉਹ ਫਿਰ ਹਮੇਸ਼ਾ ਵਾਸਤੇ ਬੰਦਾ ਦਾ ਕਾਰੋਬਾਰ ਕਰੈਕਟਰ ਖਰਾਬ ਹੋ ਜਾਂਦਾ। ਠੀਕ ਹੈ। ਇਸ ਵਾਸਤੇ ਕਿ ਅਸੀਂ ਕਾਰੋਬਾਰ ਨੂੰ ਉਸ ਤਰੀਕੇ ਕਰਨ ਰਹੇ ਹਾਂ ਕਿ ਜਿਹੜੇ ਤਰੀਕੇ ਨਾਲ ਸਮਝੀ ਨਾ, ਅਸੀਂ ਜਿਹੜੇ ਬੰਦੇ ਨੂੰ ਛੱਡਦੇ ਨਹੀਂ, ਅਗਰ ਦੂਸਰਾ ਸਾਨੂੰ ਅਟੈਚ ਕਰੇ ਤਾਂ ਕਹਿੰਦਾ ਕਿ ਨਹੀਂ ਯਾਰ ਪਹਿਲੇ ਬੰਦੇ ਵੀ ਕੋਈ ਐਸੀ ਗਲਤੀ ਤੇ ਹੈ ਹੀ ਨਹੀਂ, ਕਿਵੇਂ ਛੱਡੀ ਅਸੀਂ। ਠੀਕ ਹੈ। ਅਗਰ ਉਹ ਸਾਨੂੰ ਛੱਡ ਜਾਵੇਗਾ ਤੇ ਅਗਰ ਉਹਦੇ ਕੋਲ ਮਾਲ ਨਾ ਮਿਲੇਗਾ ਤਾਂ ਫਿਰ ਤੇਰੇ ਨਾਲ ਰਾਬਤਾ ਕਰ ਸਕਦੇ ਹਾਂ। ਠੀਕ ਹੈ। ਤੇ ਜੇ ਸਾਨੂੰ ਜ਼ਾਹਰ ਆ ਉਹਦੇ ਨੂੰ ਤੂੰ ਪੋਲਾ ਦੇ, ਅਸੀਂ ਤੇਰੇ ਨਾਲ ਰਾਬਤਾ ਕਰ ਲਾਂਗੇ। ਠੀਕ ਹੈ। ਅਗਰ ਜੇ ਤੇਰਾ ਤੇ ਉਹਦਾ ਰੇਟ ਇੱਕ ਹੀ ਹੈ ਤੇ ਫਿਰ ਉਹਦਾ ਹੱਕ ਬਣਦਾ, ਤੇ 10-20 ਰੁਪਏ ਵਾਸਤੇ ਅਸੀਂ ਬੰਦਾ ਨਹੀਂ ਛੱਡਦੇ। ਠੀਕ ਹੈ। ਇਸ ਵਾਸਤੇ ਦੱਸ ਭਾਈ, ਆਮ ਫਾਰਮਾਂ ਤੇ ਮਾਲ ਤਿਆਰ ਹੋ ਜਾਂਦਾ ਤਾਂ ਅਸੀਂ ਕਿਸੇ ਨੂੰ ਲਿਫਟ ਨਹੀਂ ਕਰਾਉਂਦੇ। ਕਿਉਂ ਨਹੀਂ ਕਰਾਉਂਦੇ? ਕਿ ਜਿਹੜੇ ਬੰਦੇ ਨੂੰ ਯਾਰ ਉਹਨੂੰ ਕਿਵੇਂ ਛੱਡੀਏ, ਉਹਨੂੰ ਪਤਾ ਤਾਂ ਹੋਣਾ ਕਿ ਯਾਰ ਇਹ ਹਫ਼ਤੇ ਮੇਰੇ ਕੋਲ ਗੱਡੀ ਲੈ ਰਹੇ ਤੇ ਹਫ਼ਤੇ ਨੇ ਗੱਡੀ ਨਹੀਂ ਲਈ, ਤੇ ਯਾਰ ਉਹਦਾ ਕੀ ਮਾਲ ਲੱਗਾ ਹੀ ਨਹੀਂਗਾ। ਨਹੀਂ, ਇਸ ਤਰ੍ਹਾਂ ਨਹੀਂ ਗੱਲ ਹੁੰਦੀ। ਗੱਲ ਹੁੰਦੀ ਅਸੀਂ ਲਗਾਤਾਰ ਚੱਲਦੇ ਆ। ਅਗਰ ਬੰਦਾ ਕਿਵੇਂ ਵਿੱਚ ਮੈਂ ਆ ਜਾ ਵਿੱਚ ਆ ਜਾ ਤਾਂ ਫਿਰ ਉਹ ਮਸਲਾ ਗਲਤ ਬਣ ਜਾਂਦਾ। ਯਾਨੀ ਕਿ ਤੁਸੀਂ ਪਰਮਾਨੈਂਟ ਚੱਲਦੇ ਹੋ, ਮੁਸਲਸਲ ਚੱਲਦੇ ਪਏ ਹੋ ਮਾਰਕੀਟ ਦੇ ਨਾਲ? ਮਾਰਕੀਟ ਨਾਲ ਚੱਲਣਾ ਹੁੰਦਾ ਵਾ ਕੰਮ, ਤੁਸੀਂ ਛੱਡਦੇ ਨਹੀਂ, ਬ੍ਰੇਕ ਨਹੀਂ ਤੁਸੀਂ ਲਾਉਂਦੇ? ਸਾਨੂੰ ਮੀਂਹ ਹੋਵੇ ਝੜੀ ਉਹਨਾਂ ਕਹਿੰਦਾ ਆਰਡਰ ਤੇ ਮਾਲ ਲਾ ਕੇ ਜਾ, ਅਗਰ ਅੱਜ ਨੂੰ ਆਰਡਰ ਨਾ ਲਾਉਂਦਾ ਦੂਸਰੀ ਵਾਰੀ ਉਹ ਵੀ ਨਖਰੇ ਕਰੇਗਾ। ਠੀਕ ਹੈ। ਤੇ ਦੂਸਰੀ ਵਾਰੀ ਉਹ ਹੋਰ ਕਿਸੇ ਬੰਦੇ ਦਾ ਬੰਦੋਬਸਤ ਕਰ ਲੇਗਾ, ਰਾਬਤਾ ਕਰ ਲੇਗਾ। ਹੋਰ ਉਹ ਫਿਰ ਮੇਰੇ ਨਾਲ ਦਾ ਇੱਕ ਹੋਰ ਫੇਰੀਵਾਨ ਉਹ ਤਿਆਰ ਕਰ ਲੈਣਗੇ ਜਾਂ ਤੂੰ ਸਾਨੂੰ ਮਾਲ ਦਿਆ ਕਰ, ਅਸੀਂ ਤੇਰੇ ਕੋਲ ਨਵਾਂ ਕਰਾਂਗੇ। ਠੀਕ ਹੈ। ਲੇਕਿਨ ਅਲਹਮਦੁਲਿਲਾ ਅਸੀਂ ਉਹ ਕਾਰੋਬਾਰ ਨਹੀਂ ਕਰਨਾ ਚਾਹਦੇ। ਅਸੀਂ ਉਹ ਕਾਰੋਬਾਰ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਇੱਜ਼ਤ ਵੀ ਹੋਵੇ ਔਰ ਅਗਲੇ ਦੀ ਰੋਟੀ ਲੱਗੀ ਰਹੇ। ਦੇਖੋ ਅਗਲਾ ਰੋਟੀ ਕਮਾਏਗਾ ਤੇ ਉਹਦੇ ਮਗਰ ਸਾਨੂੰ ਵੀ ਰੋਟੀ ਲੱਭੇਗੀ ਨਾ। ਠੀਕ ਹੈ। ਅਗਰ ਅਗਲਾ ਰੋਟੀ ਨਾ ਕਮਾਏਗਾ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਕਰਾਂਗੇ? ਠੀਕ ਹੈ। ਸਾਨੂੰ ਰੋਟੀ ਕਿਵੇਂ ਲੱਭੇਗੀ? ਠੀਕ ਹੈ। ਇਸ ਵਾਸਤੇ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਨਾ ਐਂਡ ਹੋਇਆ ਦਾ ਮਾਲ ਦਾ, ਤੇ ਮਾਲ ਲਾਗੇ ਫਾਰਮ ਵਾਲੇ ਕੋਲ ਮਸਲ ਖਤਮ ਹੋ ਗਏ ਨੇ। ਠੀਕ ਹੈ। ਹੁਣ ਸਾਨੂੰ ਦੂਰ ਅੱਗੇ ਵੀ ਦੂਰ ਜਾਣਾ ਪੈਂਦਾ, ਕਿਉਂਕਿ ਦੂਰ ਦੇ ਜਿਹੜੇ ਲੋਕ ਨੇ ਉਹ ਮਾਰਕੀਟ ਨਾਲ ਚੱਲਦੇ ਨੇ। ਠੀਕ ਹੈ। ਤੇ ਸਾਡਾ ਜ਼ਿਲ੍ਹਾ ਨਾਰੋਵਾਲ ਮਾਰਕੀਟ ਨਾਲ ਨਹੀਂ ਚੱਲਦਾ। ਇਹਦੇ ਆਪਣੇ ਰੇਟ ਹੁੰਦੇ ਨੇ। ਠੀਕ ਹੈ। ਤੇ ਇਸ ਵਾਸਤੇ ਕਿ ਬਾਹਰ ਦੀ ਮਾਰਕੀਟ ਨਾਲ 100 ਰੁਪਏ ਦਾ ਫਰਕ ਹੁੰਦਾ ਵਾ, ਤੇ ਉਹ 100 ਰੁਪਏ ਦਾ ਸਾਡੇ ਘਰ ਆ ਕੇ ਅਸੀਂ ਦੁਕਾਨਾਂ ਤੇ ਦੇ ਦਈਏ, ਦੁਕਾਨਦਾਰ ਵੀ ਖੁਸ਼ ਹੋ ਕੇ ਲੈ ਲੈਣ, ਸਾਨੂੰ ਵੀ ਚੰਗੀ ਰੋਟੀ ਲੱਭ ਜਾਂਦੀ ਹੈ। ਸਹੀ ਹੈ। ਤੇ ਇਸ ਕੰਮ ਨੂੰ ਹੁਣ ਅਗਰ ਕਿਸੇ ਦੋਸਤ ਨੇ ਕਰਨਾ ਹੋਵੇ ਤੁਹਾਡੇ ਤਰ੍ਹਾਂ, ਤੇ ਉਹ ਆਪਣੀਆਂ ਦੁਕਾਨਾਂ ਬਣਾਵੇ, ਉਹ ਆਪਣਾ ਥੋੜਾ ਜਿਹਾ ਮਾਲ ਲੈ ਕੇ ਨਾ ਉਹਨੂੰ ਤਿਆਰ ਕਰੇ। 100-200 ਕੁੱਕੜ। ਠੀਕ ਹੈ। 200 ਕੁੱਕੜ ਲੈ ਕੇ ਨਾ ਉਹਨੂੰ ਖੁਦ ਸੇਲ ਕਰੇ। ਉਹਨੂੰ ਖੁਦ ਸੇਲ ਕਰਕੇ ਇੱਕ ਆਪਣੇ ਆਪ ਨੂੰ ਮਾਰ ਕੇ ਤੇ ਉਹ ਕਾਰੋਬਾਰੀ ਜੇਨ ਬਣਾਵੇ, ਜੇਨ ਨੂੰ ਮਾਰ ਕੇ ਤੇ ਫਿਰ ਮਾਰਕੀਟ ਵਿੱਚ ਆਵੇਗਾ ਤੇ ਫਿਰ ਉਹ ਇਨਸ਼ਾਅੱਲਾ ਕਾਮਯਾਬ ਹੋ ਜਾਏਗਾ। ਠੀਕ ਹੈ। ਤੇ ਇਹ ਉਹ ਇੱਕ ਤੇ ਹੁੰਦਾ, ਦੂਸਰਾ ਸਾਈਡ ਬਿਜ਼ਨਸ ਜਿਹੜਾ ਲੋਕ ਕਾਰੋਬਾਰ ਛੋਟਾ ਜਿਹਾ ਕਰਦੇ ਨੇ। ਲੇਕਿਨ ਦੋਸਤੋ ਕਿਸ ਟਾਈਮ ਪੈਸੇ ਬਰੋਬਰ ਹੁੰਦੇ ਨੇ, ਕਿਸ ਟਾਈਮ ਫਿਰ ਵੱਧ ਵੀ ਜਾਂਦੇ ਨੇ, ਵੱਧਦੇ ਹੀ ਨੇ ਲਗਾ ਤੇ ਬਰੋਬਰ ਤਾਂ ਏਡੇ ਖੈਰ ਨਹੀਂ ਵੱਧਦੇ ਹੁੰਦੇ ਨੇ। ਲੇਕਿਨ ਜਦੋਂ ਅਸੀਂ ਬਹੁਤੀਆਂ ਛਾਲਾਂ ਮਾਰਾਂਗੇ ਤਾਂ ਫਿਰ ਅਸੀਂ ਫਸ ਸਕਦੇ ਹਾਂ। ਅਗਰ ਥੋੜਾ ਕੰਮ ਤੇ ਇੱਕ ਘਰ ਦੇ ਆਪਣਾ ਸਿਲਸਿਲਾ ਚਲਾਉਣਾ ਉਹਨੇ ਇੱਕ ਆਦਮੀ ਨੇ, ਉਹ 2-4 ਹਜ਼ਾਰ ਚੂਚਾ ਉਹਦੇ ਵਾਸਤੇ ਕਾਫੀ ਚੂਚਾ ਵਾ। ਠੀਕ ਹੈ। ਤੇ 2-4 ਹਜ਼ਾਰ ਚੂਚੀ ਅੱਛੀ ਪਰਵਰਿਸ਼ ਹੋ ਜਾਂਦੀ ਆ, ਉਹਨੂੰ ਸਕੂਨ ਨਾਲ ਪਾਲ ਵੀ ਲੈਂਦਾ ਵਾ। ਅਸੀਂ ਜਦੋਂ 2-4 ਹਜ਼ਾਰ ਤੋਂ ਹਜ਼ਾਰਾਂ ਦੇ ਉੱਤੇ ਚੜ ਜਾਵਾਂਗੇ ਨਾ, ਤੇ ਫਿਰ ਫੀਡ ਤੋਂ ਵੀ ਤੰਗ ਹੋ ਜਾਂਦਾ, ਰਿਸ਼ਤੇਦਾਰਾਂ ਕੋਲ ਖਰਚਾ ਵੀ ਲੈ ਲੈਣੇ ਆ, ਬਾਅਦ ਚ ਦੇਣਾ ਔਖਾ ਹੋ ਜਾਂਦਾ ਵਾ। ਤੇ ਕਿਸੇ ਟਾਈਮ ਮਾਰਕੀਟ ਡਾਊਨ ਵੀ ਹੋ ਜਾਂਦੀ, ਕਿਸੇ ਤਾਂ ਵੀ ਚੜ ਜਾਂਦੀ ਹੈ। ਲੇਕਿਨ ਮਾਰਕੀਟ ਡਾਊਨ ਜਿੰਨੀ ਮਰਜ਼ੀ ਉਹਨਾਂ ਪੈਸੇ ਫਿਰ ਵੀ ਪੂਰੇ ਹੋ ਜਾਂਦੇ, ਉਹਦੀ ਤਨਖਾਹ ਉਹਨੂੰ ਲੱਭ ਹੀ ਜਾਂਦੀ ਆ। ਠੀਕ ਹੈ। ਤੇ ਜੇ ਨਫਾ ਲੱਭੇ ਤਾਂ ਫਿਰ ਲੱਖਾਂ ਨਾਲ ਉਹਨੂੰ ਲੱਭਦਾ। ਤੁਹਾਡੇ ਤਰ੍ਹਾਂ ਦਾ ਕਾਰੋਬਾਰ ਕਰਨ ਵਾਸਤੇ ਥੋੜੀ ਮਿਹਨਤ ਚਾਹੀਦੀ ਆ। ਸਾਡੇ ਮਿਹਨਤ ਚਾਹੀਦੀ ਆ। ਉਹਨੂੰ ਆਪਣੇ ਦੁਕਾਨਾਂ ਬਣਾਈਆਂ ਆ, ਆਪਣੇ ਇਲਾਕੇ ਚ ਥੋੜਾ ਟਾਈਮ ਦੇਣਾ ਪੈਂਦਾ ਵਾ। ਕਿ ਅਗਰ ਅੱਜ ਇੱਕ ਦੁਕਾਨਦਾਰ ਨੇ ਲਿਆ ਤੇ ਕੱਲ ਫਿਰ ਅੱਜ 2 ਦਿਨ ਤੋਂ ਬਾਅਦ ਫਿਰ ਉਹ ਦੁਕਾਨਦਾਰ ਰਹੇਗਾ। ਠੀਕ ਹੈ। ਫਿਰ ਇਸ ਤਰ੍ਹਾਂ ਕਰਦੇ ਕੋਈ 8-10 ਦੁਕਾਨਾਂ ਬਣਾ ਲੇਗਾ, ਉਹ ਕਾਮਯਾਬ ਹੋ ਜਾਏਗਾ। ਤੇ ਉਹਦਾ ਕਾਮਯਾਬੀ ਦਾ ਇਹੋ ਰਾਜ ਆ ਕਿ ਅਗਰ ਉਹਨੂੰ ਆਰਡਰ ਨਹੀਂ ਵੀ ਆਇਆ, ਉਹ ਪਿੰਜਰੀ ਲੈ ਕੇ ਮਾਰਕੀਟ ਜਾਵੇ, ਫਿਰਦਾ ਟੁਰਦਾ ਰਹੇ ਮਾਰਕੀਟ ਜਾ ਕੇ ਜਾਵੇ, ਜਿੱਥੇ ਮਰਜੀ ਖੁੱਡਿਆ ਖਿਲਾਰੇ ਉੱਥੇ ਵੀ ਗਾਹਕ ਆ ਕੇ ਪੁੱਛ ਲੈਂਦੇ ਨੇ ਕਿ ਭਾਈ ਯਾਰ ਮੁਰਗੇ ਦੇਣੇ ਸਮਝੀ ਯਾਰ ਕੀ ਭਾਅ ਨੇ। ਅਗਰ ਬੰਦਾ 1000 ਰੁਪਏ ਕਿਲੋ ਵੀ ਦੇ ਖੁੱਡਿਆਂ ਦੇ ਰੇਟ ਤੇ ਵੀ, ਖੁੱਡਿਆਂ ਨੂੰ 200 ਰੁਪਏ ਵੱਧ ਵੀ ਲਾ ਲੇ, ਉਹ ਸਕੂਨ ਨਾਲ ਗਾਹਕ ਦੇਈਦਾ, 2-4 ਮੁਰਗੇ ਵੇਚਣਾ ਤਾਂ ਬੰਦੇ ਦਾ ਤੇਲ ਦਾ ਖਰਚਾ ਨਿਕਲ ਜਾਂਦਾ। ਠੀਕ ਹੈ। ਤੇ ਜਿਹੜਾ ਲਾ ਕੇ ਨਾ ਉਹ ਉਹਦੀ ਦਿਹਾੜੀ ਹੁੰਦੀ ਆ। ਤੇ ਕੋਈ 200 ਐਸੀ ਦਿਹਾੜੀ 4-5 ਹਜ਼ਾਰ ਦੀ ਦਿਹਾੜੀ ਨਹੀਂ ਲੱਗਦੀ। ਠੀਕ ਹੈ। ਕੋਈ ਵੀ ਫੇਰੀਵਾਨ ਨਾੜੀ ਹੋਵੇ ਭਾਵੇਂ ਖਿਲਾੜੀ ਹੋਵੇ, 4-5 ਹਜ਼ਾਰ ਦਾ ਅਸੀਂ ਤਾਂ ਚਲੋ ਵੱਧ ਵੀ 10-10 ਹਜ਼ਾਰ ਦੀ ਲਾਈ ਨੇ ਆ ਫੇਰੀਵਾਨ ਜਿਹੜੇ ਬਾਹਰ ਨੇ। ਲੇਕਿਨ ਜਿਹੜੇ ਬਾਹਰ ਫੇਰੀਵਾਨ ਜਿਹੜੇ ਆ ਨਾ, ਉਹ 30-40 ਚੂਚੇ ਵੇਚ ਕੇ ਵੀ ਆਏ ਨਾ, 20 ਚੂਚੇ 30 ਚੂਚੇ ਵੀ ਵੇਚ ਲੈਣ, ਤੇ ਕਈ ਟਾਈਮ ਉਹ ਵੀ ਰੁਪਏ 10,000 ਖੜਾ ਕਰ ਆਂਦੇ ਨੇ। ਉਹ ਇਸ ਵਾਸਤੇ ਕੋਈ 300 ਰੁਪਏ ਵੀ ਪੀਸ ਮਗਰ ਲੈਣ ਨਾ,
ਤੇ ਉਹ ਸਮਝ 700 ਦਾ ਉਹਨੂੰ ਪਏਗਾ 1000 ਰੁਪਏ ਦਾ ਵੇਗਾ, ਅਗਰ 30 ਪੀਸ ਵੀ ਜਾਂਦਾ ਰੁਪਏ 8-9000 ਵੀ ਲੈ ਆਉਂਦੇ ਨੇ, ਇਸ ਤਰ੍ਹਾਂ ਹੀ ਹੈ, ਲੇਕਿਨ ਉਹ ਦੱਸਦੇ ਨਹੀਂ। ਇਹ ਫੇਰ ਬਣ ਜੇ ਫਿਤਰਤ ਤੱਕ ਉਹਨਾਂ ਨੇ ਇਸ ਗੱਲ ਦੀ ਸ਼ੌਕ ਕੀਤੀ ਨਹੀਂ ਅਜੇ ਤੱਕ। ਇਹ ਸਿਰਫ ਤੁਸੀਂ ਲੇਕਿਨ ਅਸੀਂ ਤਾਂ ਫਿਰ ਅਲਹਮਦੁਲਿਲਾ ਕਿਹਾ ਕਿ ਹਰ ਚੀਜ਼ ਤੁਹਾਨੂੰ ਕਲੀਅਰ ਕਰਕੇ ਦੱਸਾਂ ਕਰਾਂਗੇ, ਕੋਈ ਐਸੀ ਬਿਲਕੁਲ ਇਸ ਗੱਲ ਤਰ੍ਹਾਂ ਹੀ ਹੈ। ਲੇਕਿਨ ਇਹਦੇ 'ਚ ਮਿਹਨਤ ਕਰੋਗੇ ਸਮਝ ਅਗਰ ਜਿਹਨੇ ਆਪਣਾ ਕਾਰੋਬਾਰ ਕਰਨਾ, ਇਕੱਲੇ ਨੇ ਆਪਣੇ ਸਿਰ ਤੇ ਕਰਨਾ, ਉਹਦੇ ਕੋਲ ਕਮ ਸੇ ਕਮ 2 ਲੱਖ ਰੁਪਇਆ ਹੋਣਾ ਚਾਹੀਦਾ। ਠੀਕ ਹੈ। ਫਿਰ 2 ਲੱਖ ਨਾਲ ਉਹ ਮਰਦਾ ਨਹੀਂ। ਠੀਕ ਹੈ। ਫਿਰ 2 ਲੱਖ 'ਚ ਲੱਖ ਰੁਪਇਆ ਕੱਢ ਵੀ ਲਿਆ, ਅਗਰ ਲੱਖ ਨਾਲ ਵੀ ਉਹਦਾ ਸਰਕਲ ਚੱਲ ਜਾਏਗਾ ਤੇ ਉਹਦਾ ਤਜਰਬਾ ਹੋ ਜਾਏਗਾ। ਠੀਕ ਹੈ। ਅਨਾੜੀ ਬੰਦੇ ਵਾਸਤੇ 2 ਲੱਖ ਹੋਣਾ ਚਾਹੀਦਾ। ਠੀਕ ਹੈ। ਤੇ ਅਗਰ ਸਮਝ ਜੀ ਮੇਰੇ ਵਾਂਗੂ ਕਹਿੰਦੇ ਫੇਰੀ ਵਾਣ ਕੰਮ ਉਸ ਤਰ੍ਹਾਂ ਕਰਨਾ ਹੋਵੇ ਤੇ ਫਿਰ ਉਹਦੇ ਵਾਸਤੇ 40 ਤੋਂ 50,000 ਰੁਪਇਆ ਕਾਫੀ ਆ। 50,000 ਰੁਪਇਆ ਲੈ ਕੇ ਤੇ ਜਿਹਦੇ ਮਰਜ਼ੀ ਫਾਰਮ ਜਾ ਕੇ ਪੰਜੀਰੀ ਨਗਦ ਭਰ ਕੇ ਲੈ ਆਵੇ। ਠੀਕ ਹੈ। ਇੱਕ ਦੋ ਹਫ਼ਤੇ ਨੂੰ 50,000 ਰੁਪਇਆ ਕੋਲ ਰੱਖਣਾ ਪਏਗਾ। ਠੀਕ ਹੈ। 2 ਹਫ਼ਤੇ ਬਾਅਦ ਤਬਾਰ ਬਣ ਜਾਏਗਾ। ਫਿਰ ਉਹਨੂੰ ਲੋਕ ਲੱਖ ਦਾ ਮਾਲਦਾਰ ਵੀ ਦੇਣਾ ਸ਼ੁਰੂ ਕਰ ਦੇਣਗੇ। ਠੀਕ ਹੈ। ਫਿਰ ਉਹ ਵੀ 50,000 ਜਿਹਦੇ ਕੋਲ ਲੈ ਕੇ ਉਹਨੂੰ ਵਾਪਸ ਕਰ ਦੇਗਾ। ਠੀਕ ਹੈ। ਸਿਰਫ ਇਹਦੇ ਵਾਸਤੇ ਇੱਕ ਪਿੰਜਰੀ 5-6,000 ਦੀ ਤੇ 10-15,000 ਦੀ 20,000 ਦੀ ਕੋਈ ਮੋਟਰਸਾਈਕਲ ਹੋਣੀ ਚਾਹੀਦੀ ਹੈ। ਠੀਕ ਹੈ। ਉਹਦੇ ਨਾਲ ਉਹਦਾ ਅੱਲਾਹ ਖਾਏ ਬੱਚਿਆਂ ਦੀ ਖਾਸ ਰੋਟੀ ਚੰਗੀ ਬੰਦਾ ਕਮਾ ਲਏਗਾ। ਠੀਕ ਹੈ। ਇਹ ਹਰ ਇਲਾਕੇ ਦੇ ਵਿੱਚ ਕਾਰੋਬਾਰ ਚੱਲ ਜਾਂਦਾ ਵਾ। ਕੋਈ ਐਸਾ ਇਲਾਕਾ ਨਹੀਂ ਕਿ ਜਿਹਦੇ ਵਿੱਚ ਇਹ ਕਾਰੋਬਾਰ ਨਹੀਂ ਚੱਲਦਾ। ਇਹ ਨੌਜਵਾਨਾਂ ਵਾਸਤੇ ਆ ਕਿ ਜਿਹੜੇ ਮਰਜ਼ੀ ਇਲਾਕੇ ਵਿੱਚ ਕਰੋਗੇ, ਮਜ਼ਦੂਰ ਮਿਸਤਰੀ ਮਗਰ ਦਿਹਾੜੀ ਨਾਲ ਇਹ ਕੰਮ ਬਿਹਤਰ ਹੈ। ਕਿਸੇ ਦੀ ਤਨਖਾਹ ਤੇ ਕੰਮ ਕਰਨ ਨਾਲੋਂ ਇਹ ਆਪਣਾ ਕਾਰੋਬਾਰ ਕਰਨਾ ਬਿਹਤਰ ਆ। ਅਸੀਂ ਅਗਰ ਕਿਸੇ ਤਨਖਾਹ ਤੇ ਕਾਰੋਬਾਰ ਕਰੀਏ ਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਕਦੇ ਵੀ ਇੰਨੇ ਅਸੀਂ 25-30,000 ਰੁਪਏ ਦੀ ਗੱਲ ਹੀ ਕੋਈ ਨਹੀਂ ਹੁੰਦੀ। ਇਸ ਤੋਂ ਜ਼ਿਆਦਾ ਅਸੀਂ ਕਮੇਟੀ ਦੇ ਦੇਣੀ ਹੁੰਦੀ ਆ ਤੇ ਇਸ ਤੋਂ ਜ਼ਿਆਦਾ ਸਾਡਾ ਖਰਚਾ ਹੁੰਦਾ ਜੀ। ਬਿਲਕੁਲ ਠੀਕ ਹੋ ਗਿਆ ਭਾਈ ਬਗੇ, ਬਿਲਕੁਲ ਠੀਕ ਹੋ ਗਿਆ ਜੀ। ਦੋਸਤੋ ਭਾਈ ਬਗੇ ਅੱਗੇ ਸਵਾਲ ਸੀ ਕਿ ਤੁਸੀਂ ਇੱਕ ਹਫ਼ਤੇ ਵਿੱਚ ਕਿੰਨੇ ਪੈਸੇ ਕਮਾ ਲੈਂਦੇ ਹੋ, ਯਾਨੀ ਕਿ 7 ਦਿਨ ਦੇ ਵਿੱਚ ਕਿੰਨੇ ਪੈਸੇ ਕਮਾਉਂਦੇ ਹੋ? ਤੇ ਉਹਨਾਂ ਨੇ ਦੱਸਿਆ ਆ ਕਿ ਮੇਰੀ ਜਿਹੜੀ ਆ ਨਾ ਉਹ ਉਸ ਜਿਹੜੀ ਆ ਨਾ ਐਵਰੇਜ ਜਿਹੜੀ ਆ ਨਾ ਉਹ ਆ ਜਾਂਦੀ ਹੈ 60 ਤੋਂ 70,000 ਰੁਪਇਆ। ਠੀਕ ਹੈ ਜੀ। ਤੇ ਇੱਕ ਹਫ਼ਤੇ ਦੀ ਤੇ ਕਾਫੀ ਪੈਸੇ ਨੇ ਯਾਰ, ਬਹੁਤ ਜ਼ਿਆਦਾ ਪੈਸੇ ਹੈਗੇ ਨੇ ਕਾਰੋਬਾਰ ਦੇ ਵਿੱਚ। ਲੇਕਿਨ ਇਹਦੇ ਵਿੱਚ ਤੁਹਾਨੂੰ ਤਜਰਬਾ ਸਿੱਖਣੇ ਪੈਣਾ ਆ ਔਰ ਇਸ ਕੰਮ ਨੂੰ ਮੁਸਲਸਲ ਕਰਦੇ ਜਾਣਾ, ਥੋੜਾ ਕਰਦੇ ਜਾਵੋ ਕਿ ਕਿਸੇ ਵੇਲੇ ਨੁਕਸਾਨ ਵੀ ਹੁੰਦਾ। ਭਾਈ ਨੇ ਚਲੋ ਫਿਰ ਕਿਸੇ ਦਿਨ ਜਾਂ ਕੱਲ ਵਾਲੀ ਵੀਡੀਓ 'ਚ ਪੁੱਛ ਲਵਾਂਗੇ ਕਿ ਭਾਈ ਜੀ ਇਹਦੇ 'ਚ ਨੁਕਸਾਨ ਤੁਹਾਨੂੰ ਕਿੰਨਾ ਹੋਇਆ। ਠੀਕ ਹੈ ਜੀ। ਅੱਜ ਤੇ ਅੱਲਾ ਖੈਰ ਕਰੇ, ਇਹਨਾਂ ਨੇ ਪ੍ਰੋਫਿਟ ਸਾਨੂੰ ਦੱਸਿਆ ਨਾ ਕਿੰਨੀ ਪ੍ਰੋਫਿਟ ਹੈ। ਇਹਨਾਂ ਨੂੰ ਵੀ ਪੁੱਛਾਂਗੇ ਕਿ ਤੁਹਾਨੂੰ ਨੁਕਸਾਨ ਕਿੰਨਾ ਹੋਇਆ, ਇਸ ਕਾਰੋਬਾਰ ਵਿੱਚ ਨੁਕਸਾਨ ਕਿੰਨਾ ਹੁੰਦਾ ਹੈ, ਕਿੰਨਾ ਹੋਇਆ ਆ, ਕਿੰਨੀ ਦਫਾ ਤੁਸੀਂ ਦਿਲ ਖੱਟਾ ਹੋਇਆ ਆ, ਕਿੰਨੀ ਦਫਾ ਤੁਸੀਂ ਕੰਮ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਾਹਰ ਹੈ ਕੋਈ ਵੀ ਕਾਰੋਬਾਰ ਉਹਦੇ ਵਿੱਚ ਨੁਕਸਾਨ ਤੇ ਪਹਿਲੇ ਆ ਤੇ ਜ਼ਾਹਰ ਹੁੰਦਾ ਵੀ ਹੁੰਦਾ ਹੈ, ਨਹੀਂ ਕਿ ਨਹੀਂ ਸਿਰਫ ਬੰਦਾ ਪ੍ਰੋਫਿਟ ਹੀ ਆ, ਨੁਕਸਾਨ ਵੀ ਹੁੰਦਾ ਹੈ ਕੋਈ ਵੀ ਕਾਰੋਬਾਰ ਹੈਗਾ। ਤੇ ਦੋਸਤੋ ਭਾਈ ਬੱਗੇ ਨੇ ਦੱਸਿਆ, ਤਰੀਕਾਕਾਰ ਵੀ ਦੱਸਿਆ ਕਿ ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਰਹਿਣਾ ਆ, ਕਿਸ ਤਰ੍ਹਾਂ ਆਪਣੇ ਤੁਸੀਂ ਇਤਬਾਰ ਬਣਾਉਣਾ ਆ। ਤੇ ਵੀਡੀਓ ਤੁਸੀਂ ਮੁਕੰਮਲ ਵੇਖਿਆ ਕਰੋ, ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਕੰਮ ਦੀ ਗੱਲ ਜ਼ਰੂਰ ਹੁੰਦੀ ਹੈ। ਦੋਸਤੋ ਕਿਸ ਤਰ੍ਹਾਂ ਲੱਗੀ ਜੀ ਵੀਡੀਓ? ਅਗਰ ਅੱਛੀ ਲੱਗਦੀ ਹੈ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ। ਇਸੇ ਨਾਲ ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼।